इस खबर ते होर ज्यादा जानकारी साडे सहयोगी उमेश शर्मा लाइव जुड़े हुए ने। उमेश, विस्तार नाल समझना चाहांगे टैक्नीकली कि आखिरकार हुण इस जांच रिपोर्ट तो बाद अगली प्रक्रिया की रहने वाली है। साडे नाल सुखराज सिंह भी जुड़े ने जिहड़े कि गोलीकांड दे विच कृष्ण भगवान सिंह सन जिहड़े कि इस गोलीकांड दे मारे गए उन्हां दे सपुत्र ने, उन्हां दे नाल भी गलबात करांगे। पहला रुख करदे हां उमेश दा। उमेश, टैक्नीकली समझना चाहांगे कि अगली कानूनी प्रक्रिया हुण की रहने वाली है। देखो जिद्दां ये बेअदबी दे मामला 2015 ਦਾ ਹੈਗਾ ਔਰ ਇਹ ਰਿਪੋਰਟ ਜਿਹੜੀ ਨਵੀਂ ਹੁਣ ਰਿਪੋर्ट ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ SIT ਨੇ ਸੌਂਪੀ ਹੈ ਸਿੱਖ ਜਥੇਬੰਦੀਆਂ ਨੂੰ। ਤੇ ਇਹ ਰਿਪੋਰਟ ਕੀ ਕਹਿੰਦੀ ਹੈ ਇਹਦੇ ਬਾਰੇ ਸਾਡੇ ਨਾਲ ਮੌਜੂਦ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਪ੍ਰਦੀਪ ਵਿਰਕ ਦੀ ਜੇ ਆਪਾਂ ਗੱਲ ਕਰੀਏ ਬੜੀ ਬਾਰੀਕੀ नज़र रखते हैं तमाम हाले के जोड़े केसिस ने, लेकिन खासकर जो बेअदबी की गल करिए तो काफ़ी चर्चा भी साडे नाल कई बार करते रहे हैं। विरक जी, जे मैं इस केस की गल करा 2015 का इशू है और हुणे रिपोर्ट देखी असी पढ़ी भी डिस्कस भी कर रहे थे। 5 मेन पॉइंट इस रिपोर्ट के जे मैं पूछा तुहाडे तो। पहला तो जी ਇਹਦਾ मेन पॉइंट ये आता है कि ਤੁਸੀਂ देखोगे इस रिपोर्ट ਦੇ ਵਿੱਚ ਪਹਿਲੀ ਵਾਰੀ ਜਿਹੜੇ ਡੇਰਾ ਮੁਖੀ ਨੇ ਉਹਨਾਂ ਨੂੰ ਕਿਸੇ ਕੇਸ ਦੇ ਵਿੱਚ ਅਕਿਊਜ਼ਡ ਬਣਾਇਆ ਗਿਆ ਹੈ। ਸੋ ਇੱਥੇ ਉਹਨਾਂ ਦਾ ਨਾਂ ਹੁਣ ਤਿੰਨੋਂ FIRs ਦੇ ਵਿੱਚ ਲਿਆ ਗਿਆ। ਪਹਿਲਾ ਪੁਆਇੰਟ ਮੇਨ ਇਹਦਾ ਇਹ ਆਉਂਦਾ। ਦੂਜਾ, ਇਸ ਰਿਪੋਰਟ ਦਾ ਇੱਕ ਫੋਕਸ ਆ ਦੇਖੋ, ਇੱਥੇ ਤੁਸੀਂ ਦੇਖੋਗੇ ਹਰ ਜਗ੍ਹਾ ਉਹਨਾਂ ਦਾ ਨਾਂ ਤਿੰਨੋਂ ਕੇਸਿਸ ਦੇ ਵਿੱਚ ਪਾ ਦਿੱਤਾ ਗਿਆ। ਪਹਿਲਾਂ ਸਿਰਫ ਉੱਦਾਂ ਸੀਗੇ ਕਿ ਹਾਂਜੀ, ਉਦੋਂ ਇਨਵੈਸਟੀਗੇਸ਼ਨ ਇਹਨਾਂ ਦੀ ਕੰਪਲੀਟ ਨਹੀਂ ਹੋਈ ਸੀ, ਉਹਨਾਂ ਦਾ ਰੋਲ ਨਹੀਂ ਆਇਆ ਸੀ ਔਰ ਜਿਹੜੇ ਪੋਲੀਟੀਕਲ ਲੀਡਰ ਸੀ ਉਹਨਾਂ ਤੱਕ ਕਿਤੇ ਕੁਛ ਨਹੀਂ ਸੀ। ਸੋ ਇੱਥੇ ਪਹਿਲੀ ਵਾਰੀ ਡੇਰਾ ਚੀਫ ਤੱਕ ਗੱਲ ਗਈ ਹੈ। ਦੂਜੀ ਗੱਲ, ਇਸ ਕੇਸ ਦੇ ਵਿੱਚ ਕਿਤੇ ਵੀ ਜਿਹੜਾ ਇੱਕ ਫੋਕਸ ਕੱਲੀ ਇਨਵੈਸਟੀਗੇਸ਼ਨ ਤੇ ਹੋਣਾ ਚਾਹੀਦਾ ਸੀ, ਉਸ ਤੋਂ ਇਲਾਵਾ CBI ਦੀ ਕਲੋਜ਼ਰ ਰਿਪੋਰਟ ਨੂੰ ਕ੍ਰਿਟਿਸਾਈਜ਼ ਕਰਨ ਦੇ ਉੱਤੇ ਬਹੁਤ ਫੋਕਸ ਰਿਹਾ ਕਿ CBI ਨੇ ਆਹ ਕਮੀ ਛੱਡਤੀ, CBI ਨੇ ਆਹ ਕਮੀ ਛੱਡਤੀ। ਇੱਕ ਬਹੁਤ ਜ਼ਿਆਦਾ ਫੋਕਸ ਉਸ ਚੀਜ਼ ਤੇ ਕੀਤਾ ਗਿਆ। ਤੀਜੀ ਗੱਲ, ਜੋ ਇੱਕ 2015 ਤੋਂ ਜੇ ਅਸੀਂ ਇਸ ਕੇਸ ਨੂੰ ਦੇਖੀਏ ਜਦੋਂ ਦੀ FIR ਹੋਈ ਹੈ ਤਾਂ 2015 ਦੇ ਵਿੱਚ ਪਹਿਲਾਂ ਪੁਲਿਸ ਇਨਵੈਸਟੀਗੇਸ਼ਨਸ ਵੀ ਹੋਈਆਂ, फिर SIT भी बनी है, केस CBI को गया है, वापस आया, फिर SIT बनी है, जस्टिस जोरा सिंह कमीशन बने हैं, जस्टिस रंजीत सिंह कमीशन बने हैं। वो सारिया चीज़ों को कंसिडर करदे होया बड़ी इंटरस्टिंग गल है पुलिस वालियां दे रोल दे उत्ते टोटली साइलेंट है कि कित्थे पुलिस वालियां ने एविडेंस दे विच की कमियां छड्डियां। सिर्फ CBI नूं चुक के टारगेट किया गया कि CBI ने आ चीज़ां इहदे च खराब कीतियां। चौथा, ये दस्सिया जा रहा है कि पेंडिंग लिटिगेशन कितनी है। अजे भी 4 पटीशन चल रही हैं जिन्होंने हाई कोर्ट जिहदे एक पटीशन हैगी है फॉर ट्रांसफर ऑफ इन्वेस्टिगेशन टू CBI। राम रहीम ने पटीशन पाई हुई है। आ इन्होंने जी लिस्ट दी है, ये बहुत रेलीवेंट है कि अजे भी इस पॉइंट ते लिटिगेशन सो किते भी ये कंक्लूड होने दे नेड़े आई नहीं लग रही चीज़। उस तो अलावा अजे जिहड़ा लास्ट पॉइंट मैं कहांगा इहदा एक बहुत रेलीवेंट है कि इन्हां ने इहदे विच ਉਹਨਾਂ ਬੰਦਿਆਂ ਦਾ ਰੋਲ MSG 2 ਫਿਲਮ ਨੂੰ ਲੈ ਕੇ ਦੱਸਿਆ ਕਿ ਕਿਸ ਤਰ੍ਹਾਂ ਨਾ ਸਿਰਫ ਡੇਰਾ ਚੀਫ ਜੇ ਉਹਨਾਂ ਨੇ ਆਪ ਕੁਝ ਨਹੀਂ ਕੀਤਾ ਤੇ ਉਹਨਾਂ ਦੇ ਬੰਦਿਆਂ ਨੇ ਕਿਸ ਤਰ੍ਹਾਂ ਧਰਨੇ ਦਿੱਤੇ, ਕਿਸ ਤਰ੍ਹਾਂ ਉਹ ਧਰਨੇ ਦਿੰਦਿਆਂ ਹੋਇਆਂ ਮੂਵੀ ਦੀ ਰਿਲੀਜ਼ ਚਾਹੁੰਦਿਆਂ ਹੋਇਆਂ ਉਹਨਾਂ ਨੇ ਇਨ ਰਿਟਰਨ ਇੱਕ ਆਪਣੇ ਸਮਝੋ ਜੋ ਵੀ ਜਿਵੇਂ ਉਹ ਮੰਨਦੇ ਹੈ ਉਸ ਪਹਿਲਾ ਪੁਆਇੰਟ ਹੀ ਇਹਨਾਂ ਦੀ ਰਿਪੋਰਟ ਦਾ ਆ ਜਾਂਦਾ ਹੈ ਕਿ ਕਿਸ ਤਰ੍ਹਾਂ MSG 2 ਦੀ ਰਿਲੀਜ਼ ਨੂੰ ਲੈ ਕੇ ਇਹ ਬੇਅਦਬੀ ਹੋਈ ਹੈ, ਇਹ ਸਾਜ਼ਿਸ਼ ਰਚੀ ਗਈ ਔਰ ਉਹਨੂੰ ਅੰਜਾਮ ਦਿੱਤਾ ਗਿਆ। ਔਰ ਦੇਣ ਵਾਲੇ ਡੇਰੇ ਦੇ ਫਾਲੋਅਰਸ ਸੀਗੇ, ਪਲੱਸ ਮੈਨੇਜਿੰਗ ਕਮੇਟੀ ਤੱਕ ਹੈਗੇ ਆ। ਡੇਰੇ ਦੀ ਇਹ ਰਿਪੋਰਟ ਇਹ ਵੀ ਕਹਿ ਰਹੀ ਹੈ ਕਿ MSG 2 ਦੀ ਰਿਲੀਜ਼ ਕਰਾਣੀ ਸੀ। ਮਹਿੰਦਰਪਾਲ ਬਿੱਟੂ ਦਾ ਜ਼ਿਕਰ ਹੈ, ਉਹਦੇ ਬਾਅਦ ਸੁਖਜਿੰਦਰ ਸ਼ਕਤੀ ਇਹਨਾਂ ਦਾ ਰੋਲ ਆਂਦਾ, ਯਾਨੀ ਕਿ MSG 2 ਨੂੰ ਰਿਲੀਜ਼ ਕਰਾਣਾ ਸੀ ਤਾਂ ਬੇਅਦਬੀਆਂ ਕਰਾਈਆਂ ਗਈਆਂ, ਤਾਂ ਬੇਅਦਬੀਆਂ ਹੋਈਆਂ। ਪਲੱਸ ਉਹਦੇ ਨਾਲ ਜਿਹੜੀ ਮੇਨ ਚੀਜ਼ ਆਉਂਦੀ ਹੈ ਕਿ ਇਹ ਬੰਦੇ ਨਾ ਸਿਰਫ ਉਹਨਾਂ ਦੇ ਫਾਲੋਅਰਸ ਸੀ, ਇਹ ਇੱਕ ਮੇਨ ਰੋਲ ਮੈਨੇਜਰੀਅਲ ਰੋਲ ਪਲੇ ਕਰਦੇ ਹੁੰਦੇ ਸੀ ਡੇਰੇ ਦੀ ਐਕਟੀਵਿਟੀਜ਼ ਦੇ ਵਿੱਚ। ਸੋ ਇਹਨਾਂ ਨੇ ਉਹ ਸਾਰਾ ਕੀਤਾ ਜਿਸ ਕਰਕੇ ਇਹਨਾਂ ਦੀਆਂ ਚੀਜ਼ਾਂ ਬਾਰੇ ਡੇਰਾ ਚੀਫ ਨੂੰ ਵੀ ਨੌਲੇਜ ਸੀ। ਇੱਕ ਪੁਆਇੰਟ ਵਿਰਕ ਜੀ ਦੇ ਵਿੱਚ ਹੋ ਰਿਹਾ ਕਿ 4 ਕੇਸ ਹਾਈ ਕੋਰਟ ਵਿੱਚ ਪੈਂਡਿੰਗ ਨੇ ਬਰਗਾੜੀ ਸੈਕਟਰਲੇਸ ਤੋਂ ਰਿਲੇਟਡ ਹੈ ਨਾ। ਹੁਣ ਗੱਲ ਆਉਂਦੀ ਹੈ ਕਿ ਜੋਰਾ ਸਿੰਘ ਕਮਿਸ਼ਨ, ਰਣਜੀਤ ਸਿੰਘ ਕਮਿਸ਼ਨ, ਫਿਰ ਵਿੱਚ ਪੁਲਿਸ ਇਨਵੈਸਟੀਗੇਸ਼ਨ ਵੀ ਚੱਲੀ, CBI ਕੋਲ ਜਾਂਚ ਗਈ। ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਵੀ ਕਾਫੀ ਚਰਚਾ ਵਿੱਚ ਰਹੀ ਸੀ, MLA ਨੇ ਹੁਣ ਆਮ ਆਦਮੀ ਪਾਰਟੀ ਤੋਂ। ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦੀ ਸ਼ਾਇਦ ਤੁਹਾਡੇ ਨਾਲ ਪਹਿਲਾਂ ਵੀ ਚਰਚਾ ਹੋਈ ਹੈ ਔਰ ਅਸੀਂ ਵੀ ਦਿਖਾਇਆ ਸੀਗਾ ਕਿ ਬਾਦਲਾਂ ਦਾ ਵੀ ਜ਼ਿਕਰ ਸੀ, ਅਕਸ਼ੈ ਕੁਮਾਰ ਦੀ ਮੀਟਿੰਗ ਦਾ ਵੀ ਜ਼ਿਕਰ ਸੀ, ਇਸ ਰਿਪੋਰਟ ਵਿੱਚੋਂ ਨਹੀਂ ਹੈ, ਬਿਲਕੁਲ ਵੀ ਨਹੀਂ ਹੈ। ਹੁਣ ਉਹ ਤਾਂ ਵੇਖੋ ਗੱਲ ਉਹੀ ਚੀਜ਼ ਆਉਂਦੀ ਹੈ ਕਿ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਇੱਕ ਪੋਲੀਟੀਕਲ ਲੀਡਰਸ਼ਿਪ ਦਾ ਰੋਲ ਆ ਰਿਹਾ ਹੈ, ਮੈਂ ਥੋੜ੍ਹਾ ਜਿਹਾ ਇੱਥੇ ਇੱਕ ਡਿਫਰ ਕਰਦਾ ਪੁਆਇੰਟ 'ਤੇ। ਪੋਲੀਟੀਕਲ ਲੀਡਰਸ਼ਿਪ ਭਾਵੇਂ ਚੇਂਜ ਹੁੰਦੀ ਹੈ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜੇ ਤੁਸੀਂ ਰਿਪੋਰਟ ਪੜ੍ਹੋਗੇ ਤਾਂ ਸ਼ੁਰੂ ਦੇ ਵਿੱਚ ਲਿਖਿਆ ਹੁੰਦਾ ਹੈ ਪੁਆਇੰਟ E ਦੇ ਉੱਤੇ ਕਿ ਪੁਲਿਸ ਆਫਿਸਰਸ ਦਾ ਵੀ ਰੋਲ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ, ਇਨਕੁਆਇਰੀ ਦੇ ਵਿੱਚੋਂ ਇਨਕੁਆਇਰ ਕਰ ਰਹੇ ਆ। ਉਹ ਕਿਉਂ ਕਰਨਾ ਪਿਆ?
ਬਿਕੋਜ਼ ਇੱਥੇ ਸਿਰਫ ਬੇਅਦਬੀ ਨਹੀਂ ਹੋਈ ਸੀ, ਜਿਹੜਾ ਪੁਲਿਸ ਵੱਲੋਂ ਉਸ ਚੀਜ਼ ਨੂੰ ਖਰਾਬ ਕੀਤਾ ਗਿਆ, ਗਲਤ ਤਰੀਕੇ ਨਾਲ ਇਨਵੈਸਟੀਗੇਟ ਕੀਤਾ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਧਰਨੇ ਤੇ ਬੈਠ ਕੇ ਇਨਸਾਫ ਮੰਗਿਆ, ਉਹ ਚੀਜ਼ਾਂ ਦੀ ਰੈਲੇਵੈਂਸ ਬਹੁਤ ਸੀ। ਬਿਕੋਜ਼ ਪੁਲਿਸ ਵਾਲਿਆਂ ਨੂੰ ਐਵੀਡੈਂਸ ਡਿਸਟਰੋਏ ਕਰਨ ਦੀ ਜਾਂ ਟੈਂਪਰ ਕਰਨ ਦੀ ਅਥਾਰਟੀ ਨਹੀਂ ਹੈ। ਸੋ ਇੱਥੇ ਉਹ ਪੁਲਿਸ ਵਾਲਿਆਂ ਦਾ ਵੀ ਰੋਲ ਸੀ ਜਿਹਦਾ ਇੱਥੇ ਕਿਤੇ ਜ਼ਿਕਰ ਨਹੀਂ ਆ ਰਿਹਾ। ਸੋ ਨਾ ਸਿਰਫ ਕਿਤੇ ਵੀ ਪੋਲੀਟੀਕਲ ਲੀਡਰਸ਼ਿਪ, ਬਲਕਿ ਉਹ ਪੁਲਿਸ ਵਾਲਿਆਂ ਦੇ ਵੀ ਜੋ ਰੋਲ ਹੈ ਇਸ ਕੇਸ ਨੂੰ ਖਰਾਬ ਕਰਨ ਦੇ ਵਿੱਚ, ਉਹਦਾ ਵੀ ਕਿਤੇ ਜ਼ਿਕਰ ਨਹੀਂ ਹੈ। ਉਹਨਾਂ ਆਸਪੈਕਟਸ ਉੱਤੇ ਰਿਪੋਰਟ ਮੈਂ ਕਹਾਂਗਾ ਟੋਟਲੀ ਸਾਇਲੈਂਟ ਹੈ ਐਂਡ ਸਿਰਫ ਇੱਕ ਪਾਸੇ ਨੂੰ ਫੋਕਸ ਕਰ ਰਹੀ ਹੈ। ਸੁਖਰਾਜ ਵੀ ਕਿਉਂਕਿ ਜੁੜੇ ਹੋਏ ਨੇ, ਜਿਹੜੇ ਗੱਲ ਕਰਾਂਗੇ। ਇੱਕ ਸਵਾਲ ਸਿਰਫ ਮੈਂ ਇਹ ਲੈਣਾ ਚਾਹੁੰਦਾ ਕਿ ਹੁਣ ਅੱਗੇ ਇਸ ਰਿਪੋਰਟ ਨੂੰ ਕਿੱਦਾਂ ਦੇਖਦੇ ਹੋ ਕਾਨੂੰਨੀ ਦਾਇਰੇ ਵਿੱਚ? ਅਜੇ ਤਾਂ ਜੀ ਰਸਤਾ ਮੈਨੂੰ ਲੱਗਦਾ ਬਹੁਤ ਲੰਬਾ ਹੈ, ਬਿਕੋਜ਼ ਮੈਟਰ ਜਦੋਂ ਹਾਈ ਕੋਰਟ ਦੇ ਵਿੱਚ ਵੀ ਪੈਂਡਿੰਗ ਹੁੰਦਾ ਹੈ। ਸੋ ਆਨਰੇਬਲ ਹਾਈ ਕੋਰਟ ਕਿੰਨਾ ਟਾਈਮ ਲੈਂਦੀ ਹੈ ਉਹਨੂੰ ਡਿਸਾਈਡ ਕਰਨ ਦੇ ਵਿੱਚ। ਔਰ ਦੂਜੀ ਗੱਲ, ਜਿਹੜੀਆਂ ਆਸਪੈਕਟਸ ਇਗਨੋਰ ਕੀਤੀਆਂ ਗਈਆਂ ਉਹਨਾਂ ਆਸਪੈਕਟਸ ਦੀ ਕੀ ਰੈਲੇਵੈਂਸ ਹੈ? ਹੁਣ ਜੇ ਕਿਤੇ ਐਵੀਡੈਂਸ ਡਿਸਟਰੋਏ ਪੁਲਿਸ ਵੱਲੋਂ ਹੀ ਹੋ ਗਈ ਜਾਂ ਤਫਤੀਸ਼ ਦੇ ਵਿੱਚੋਂ ਕਮੀਆਂ ਛੱਡਤੀਆਂ, ਉਹਦਾ ਕੇਸ ਦੀ ਤਫਤੀਸ਼ ਹੁਣ ਜਿਹੜੀ ਤਫਤੀਸ਼ ਹੋ ਰਹੀ ਹੈ ਉਹਦੇ ਤੇ ਕੀ ਇੰਪੈਕਟ ਗਿਆ ਹੈ? ਇਹ ਕਿੰਨੀ ਕੁ ਫੇਅਰ ਤਫਤੀਸ਼ ਕਰ ਪਾਏ ਹੈ, ਕਿੰਨੇ ਐਕਚੁਅਲ ਕਲਪ੍ਰਿਟਸ ਨੂੰ ਫੜ ਪਾਏ ਹੈ, ਉਹ ਚੀਜ਼ਾਂ ਉਹਨਾਂ ਤੋਂ ਡਿਟਰਮਿਨ ਹੋਣਗੀਆਂ। ਇਹ ਵੀ ਹੋ ਸਕਦਾ ਜਿਹੜੀ ਐਵੀਡੈਂਸ ਡਿਸਟਰੋਏ ਹੋਈ ਹੈ ਉਹਦੇ 'ਚ ਕਈ ਬੰਦੇ ਨਿਕਲ ਗਏ ਹੋਣ ਜਿਨ੍ਹਾਂ ਦਾ ਰੋਲ ਹੋਵੇ, ਜਿਨ੍ਹਾਂ ਤੋਂ ਅੱਗੇ ਕਨੈਕਟਿੰਗ ਲਿੰਕਸ ਉੱਤੇ ਜਾ ਰਹੇ ਹੋਣ। ਇਹ ਵੀ ਹੋ ਸਕਦਾ ਹੈ ਕਿ ਕੁਝ ਅਜੇ ਜਜਮੈਂਟ ਰਿਜ਼ਰਵਡ ਹੈ ਆਨਰੇਬਲ ਹਾਈ ਕੋਰਟ ਤੋਂ, ਉਹ ਜਜਮੈਂਟ ਅਗਲੇ ਹਫਤੇ ਸ਼ਾਇਦ ਪ੍ਰੋਨਾਊਂਸ ਹੋ ਸਕਦੀ ਹੈ, ਜਿਹੜੀ ਸਾਡੀ ਬੈਬਲ ਕਲਾਮ ਵਾਲੀ, ਉਹ ਵੀ ਬਹੁਤ ਇੰਪੋਰਟੈਂਟ ਇੱਕ ਐਸਪੈਕਟ। ਸੋ ਇਹ ਰਿਪੋਰਟ ਉਸ ਤੋਂ ਪਹਿਲਾਂ ਆਈ ਹੈ ਇਮੀਡੀਏਟਲੀ, ਕਿਉਂਕਿ ਜੇ ਉਹ ਰਿਪੋਰਟ ਆ ਜਾਂਦੀ ਹੈ ਔਰ ਕੁਝ ਗਵਰਨਮੈਂਟ ਦੇ ਖਿਲਾਫ ਫਾਈਂਡਿੰਗਸ ਆ ਜਾਂਦੀਆਂ, ਸੋ ਉਸ ਐਮਬੈਰੈਸਮੈਂਟ ਤੋਂ ਬਚਣ ਦੇ ਲਈ ਇਹ ਤਫਤੀਸ਼ ਹੁਣ ਕਨਕਲੂਡ ਕੀਤੀ ਗਈ ਹੋਵੇ। ਮਤਲਬ ਇਹ ਤਾਂ ਹੁਣ ਟਾਈਮ ਹੀ ਦੱਸੂਗਾ ਕਿ ਇਹ ਅਚਾਨਕ ਇੰਨੀ ਸਡਨਲੀ ਕਨਕਲੂਡ ਕਿਵੇਂ ਹੋਈ ਹੈ ਔਰ ਕੁਝ ਆਸਪੈਕਟਸ ਜਿਹੜੀਆਂ ਇਗਨੋਰ ਹੋਈਆਂ ਉਹ ਕਿਉਂ ਇਗਨੋਰ ਕੀਤੀਆਂ ਗਈਆਂ। ਬਟ ਕੁਝ ਨਾ ਕੁਝ ਤਹਿ ਤੱਕ ਤਾਂ ਪਹੁੰਚੀ ਹੈ ਐਸਆਈਟੀ, ਤੁਹਾਨੂੰ ਲੱਗਦਾ ਹੋਣਾ। ਔਰ ਨਾਲੇ ਪਰਮਿੰਦਰ ਇਹ ਵੀ ਦੇਖਣਾ ਹੋਏਗਾ ਕਿ ਬਹਿਬਲ ਕਲਾਂ ਵਾਲੇ 'ਚ ਵੀ ਹੱਲੇ ਕਿਉਂਕਿ ਕੋਰਟ ਦਾ ਫੈਸਲਾ ਆਉਣਾ ਹੈ। ਓਵਰ ਟੂ ਪਰਮਿੰਦਰ। ਠੀਕ ਹੈ ਅਮੇਸ਼, ਬਣੇ ਰਹੋ ਸਾਡੇ ਨਾਲ। ਸੁਖਰਾਜ ਸਿੰਘ ਵੀ ਜੁੜੇ ਹੋਏ ਨੇ, ਸੁਖਰਾਜ ਸਿੰਘ ਦਾ ਰੁਖ ਕਰਦੇ ਆ। ਸੁਖਰਾਜ ਸਿੰਘ, ਤੁਹਾਨੂੰ ਵਿਸਥਾਰ ਨਾਲ ਦੱਸ ਦਈਏ ਕਿ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਨੇ, ਕ੍ਰਿਸ਼ਨ ਭਗਵਾਨ ਸਿੰਘ ਜਿਹੜਾ ਕਿ ਗੋਲੀकांड ਵਾਪਰਦਾ ਸਾਲ 2015 ਦੇ ਵਿੱਚ, ਉਸ ਦੌਰਾਨ ਉਹਨਾਂ ਦੀ ਮੌਤ ਹੋਈ ਸੀ। ਸੁਖਰਾਜ ਜੀ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਪਹਿਲਾ ਸਵਾਲ ਇਹ ਹੈ ਕਿ ਜਿਹੜੀ ਬਰਗਾੜੀ ਬੇਅਦਬੀ ਕੇਸ ਦਾ ਇਹ ਜ਼ਿਕਰ ਹੋ ਰਿਹਾ, ਬਰਗਾੜੀ ਬੇਅਦਬੀ ਕੇਸ ਨੂੰ ਲੈ ਕੇ ਜਿਹੜੀ ਜਾਂਚ ਰਿਪੋਰਟ ਸਿੱਖ ਆਗੂਆਂ ਨੂੰ ਸੌਂਪੀ ਗਈ ਹੈ, ਵਿਸਥਾਰ ਦੇ ਨਾਲ ਵਕੀਲ ਦੇ ਨਾਲ ਵੀ ਗੱਲਬਾਤ ਕੀਤੀ ਅਸੀਂ, ਸੀਨੀਅਰ ਵਕੀਲ ਨੇ, ਉਹਨਾਂ ਨੇ ਵੀ ਦੱਸਿਆ ਕਿ ਆਖਿਰਕਾਰ ਕਿਹੜੇ ਉਸ ਦੇ ਵਿੱਚ ਤੱਥ ਨੇ। ਜੇਕਰ ਨਿਚੋੜ ਕੱਢਿਆ ਜਾਵੇ ਤਾਂ ਸਿੱਧੇ ਤੌਰ ਤੇ ਜਿਹੜੀਆਂ ਤਾਰਾਂ ਰਾਮ ਰਹੀਮ ਦੇ ਨਾਲ ਵੀ ਜੁੜਦੀਆਂ ਨੇ। 3 ਅਲੱਗ-ਅਲੱਗ FIR ਨੇ ਜਿਸ ਦੇ ਵਿੱਚ ਕਿ ਮੁਲਜ਼ਮ ਦੇ ਤੌਰ ਤੇ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ। ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈ ਇਸ ਰਿਪੋਰਟ ਨੂੰ ਲੈ ਕੇ? ਦੇਖੋ ਜੀ, ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਜਰੀਏ ਦੱਸਣਾ ਚਾਹੁੰਦਾ ਕਿ ਇਹ ਰਿਪੋਰਟ ਤਕਰੀਬਨ 1 ਮਹੀਨਾ ਪਹਿਲਾਂ ਦੀ ਜਿਹੜੀ ਆ ਸਬਮਿਟ ਹੋ ਚੁੱਕੀ ਆ। ਇਹ ਚਲਾਨ ਆ ਜਿਹੜੇ ਉਹ ਸਰਸੇ ਵਾਲਾ ਨਾਮਜ਼ਦ ਕੀਤਾ ਗਿਆ, ਜਾਂ ਜੋ ਵੀ ਪ੍ਰਦੀਪ ਸਿੰਘ ਹੁਣਾਂ ਨੇ ਦੱਸਿਆ ਵਿਰਕ ਹੁਣਾਂ ਨੇ, ਜੀ ਤਕਰੀਬਨ ਉਹਦੇ ਨਾਲ ਉਹ ਮੈਚ ਕਰਦਾ ਜਿਹੜਾ ਉਹਨਾਂ ਨੇ ਦੱਸਿਆ, ਕਿਉਂਕਿ ਅਸੀਂ ਵੀ ਇਹ ਪੜ੍ਹੀ ਹੋਈ ਆ। ਸੋ ਇਹ ਚਲਾਨ ਜਿਹੜੇ ਸਬਮਿਟ ਕਰਕੇ ਉਹਨਾਂ ਦੀ ਇੱਕ ਡਾਇਰੀ ਬਣਾ ਦਿੱਤੀ ਗਈ ਹੈ, ਜਿਹੜੀ ਅੱਜ ਸਾਡੇ ਜਿਹੜੇ ਕੁਝ ਸਿੱਖ ਜਥੇਬੰਦੀਆਂ ਦੇ ਆਗੂ ਆ ਜਿਹੜੇ ਗਏ ਆ। ਸੋ ਉੱਥੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਇੱਕ ਪਾਸੇ ਦਾ ਮੋਰਚਾ ਬਗਰਾੜੀ ਦਾ ਜਿਹੜਾ ਬਹਿਬਲ ਦੇ ਵਿੱਚ ਆਪਣੇ ਚੱਲ ਰਿਹਾ ਬੇਅਦਬੀ ਨੂੰ ਲੈ ਕੇ ਤਕਰੀਬਨ 6 ਮਹੀਨਿਆਂ ਤੋਂ ਪਲੱਸ, ਤਾਂ ਅੱਜ ਸਰਕਾਰ ਰਿਪੋਰਟ ਦੇ ਰਹੀ ਆ ਉਹਨਾਂ ਨੂੰ ਜਿਹੜੇ ਕਦੇ ਮੋਰਚੇ 'ਚ ਬੈਠੇ ਨਹੀਂ। ਇਹ ਸਾਰਾ ਗੋਲਮਾਲ ਬਣ ਰਹੀ ਆ ਗੱਲ ਬਾਈ ਜੀ, ਕਿ ਰਿਪੋਰਟ ਦੇ ਕੇ ਇੱਕ ਜਨਤਾ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਦੁਵਿਧਾ ਦੇ ਵਿੱਚ ਪਾਉਣਾ